टीवी पंजाब देखण वाले सारे दर्शकों का स्वागत है जी। मैं हाँ मनदीप सिंह ਅਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਪ੍ਰੋਗਰਾਮ ਇਨਡੈਪਥ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਾਈਟ ਹਾਊਸ ਦੇ ਇਤਿਹਾਸ ਦੀ ਅਤੇ ਉੱਥੇ ਚੱਲ ਰਹੀ ਮੌਜੂਦਾ ਖਿੱਚੋਤਾਣ ਦੀ। ਵਾਈਟ ਹਾਊਸ ਤੋਂ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਇਮਾਰਤ ਮੰਨੀ ਜਾਂਦਾ ਕਿਉਂਕਿ ਇੱਥੋਂ ਜਿੱਥੇ ਅਮਰੀਕਾ ਨੂੰ ਚਲਾਉਣ ਦੀਆਂ ਨੀਤੀਆਂ ਬਣਦੀਆਂ ਨੇ ਉੱਥੇ ਹੀ ਦੁਨੀਆ ਭਰ ਦੇ ਵਿੱਚ ਕਿਹੜੇ-ਕਿਹੜੇ ਮੁਲਕਾਂ ਦੇ ਵਿੱਚ ਕੀ ਕਰਨਾ ਇਸ ਸੰਬੰਧੀ ਵੀ ਅਮਰੀਕਾ ਦੀਆਂ ਨੀਤੀਆਂ ਇਸੇ ਵਾਈਟ ਹਾਊਸ ਵਿੱਚ ਬਣਦੀਆਂ ਨੇ ਕਿਉਂਕਿ ਇੱਥੇ ਰਾਸ਼ਟਰਪਤੀ ਦਾ ਨਿਵਾਸ ਹੁੰਦਾ ਹੈ। 1800 ਈਸਵੀ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਰਾਸ਼ਟਰਪਤੀ ਵਾਈਟ ਹਾਊਸ ਵਿੱਚ ਹੀ ਰਹਿੰਦੇ ਆਏ ਨੇ ਅਤੇ ਇਸੇ ਹੀ ਵਾਈਟ ਹਾਊਸ ਦੀ ਖਿੱਚੋਤਾਣ ਨੂੰ ਲੈ ਕੇ ਇਸ ਵਕਤ ਡੋਨਲਡ ਟਰੰਪ ਅਤੇ ਜੋ ਬਾਈਡਨ ਵਿਚਕਾਰ ਸਿਆਸੀ ਲੜਾਈ ਚੱਲ ਰਹੀ ਹੈ। ਹਾਲਾਂਕਿ ਟਰੰਪ ਸਾਹਿਬ ਚੋਣਾਂ ਹਾਰ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਉਹ ਵਾਈਟ ਹਾਊਸ ਛੱਡਣ ਲਈ ਤਿਆਰ ਨਹੀਂ, ਜਦਕਿ ਜੋ ਬਾਈਡਨ 20 ਜਨਵਰੀ 2021 ਨੂੰ ਵਾਈਟ ਹਾਊਸ 'ਚ ਵਾਪਸ ਆਉਣ ਲਈ ਤਿਆਰੀਆਂ ਕਰ ਰਹੇ ਨੇ ਕਿਉਂਕਿ ਉਹ ਪਹਿਲਾਂ ਵੀ ਉਪ ਰਾਸ਼ਟਰਪਤੀ ਵਜੋਂ ਵਾਈਟ ਹਾਊਸ ਵਿੱਚ ਕੰਮਕਾਰ ਕਰ ਚੁੱਕੇ ਨੇ ਪਰ ਇਸ ਵਾਰ ਉਹ ਰਾਸ਼ਟਰਪਤੀ ਵਜੋਂ ਵਾਈਟ ਹਾਊਸ ਵਿੱਚ ਵਾਪਸੀ ਕਰਨਗੇ। ਜਦੋਂ ਵੀ ਅਮਰੀਕਾ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਉੱਥੇ ਦੋ ਚੀਜ਼ਾਂ ਦੀ ਚਰਚਾ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਤਾਂ ਇਹ ਕਿ ਉੱਥੇ ਦਾ ਚੋਣ ਸਿਸਟਮ ਕੀ ਹੈ, ਕਿਸ ਤਰ੍ਹਾਂ ਉੱਥੇ ਰਾਸ਼ਟਰਪਤੀ ਚੁਣਿਆ ਜਾਂਦਾ ਅਤੇ ਇਸ ਦੇ ਨਾਲ ਹੀ ਵਾਈਟ ਹਾਊਸ ਦੇ ਇਤਿਹਾਸ ਬਾਰੇ ਵੀ ਚਰਚਾ ਛਿੜ ਜਾਂਦੀ ਹੈ ਤੇ ਅੱਜ ਅਸੀਂ ਵੀ ਇਸ ਸੰਬੰਧੀ ਜ਼ਿਕਰ ਕਰਾਂਗੇ ਕਿ ਵਾਈਟ ਹਾਊਸ ਦਾ ਇਤਿਹਾਸ ਕੀ ਰਿਹਾ ਅਤੇ ਕੀ ਹੁਣ ਤੱਕ ਇਸ ਇਮਾਰਤ ਨੇ ਦੇਖਿਆ ਅਤੇ ਸ਼ਾਇਦ ਕੁਝ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਹੋਵੇਗੀ ਕਿ ਇੱਕ ਵਾਰ ਵਾਈਟ ਹਾਊਸ ਉੱਤੇ ਹਮਲਾ ਵੀ ਹੋ ਚੁੱਕਾ ਅਤੇ ਇਸ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੁਬਾਰਾ ਇਸ ਦਾ ਨਿਰਮਾਣ ਕਰਵਾਇਆ ਗਿਆ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਅਮਰੀਕਾ ਨੇ 1813 ਵਿੱਚ ਕੈਨੇਡਾ ਦੇ ਸ਼ਹਿਰ ਯਾਰਕ, ਜਿਸ ਨੂੰ ਅੱਜ ਕੱਲ੍ਹ ਟੋਰਾਂਟੋ ਕਿਹਾ ਜਾਂਦਾ, ਉੱਤੇ ਹਮਲਾ ਕੀਤਾ ਸੀ ਤੇ ਉਸ ਦੇ ਜਵਾਬ ਵਿੱਚ ਕਿਵੇਂ ਹਮਲਾ ਕਰਕੇ ਵਾਈਟ ਹਾਊਸ ਨੂੰ ਸਾੜ ਦਿੱਤਾ ਗਿਆ ਸੀ। ਪਰ ਉਸ ਤੋਂ ਪਹਿਲਾਂ ਦੇਖ ਲੈਂਦੇ ਹਾਂ ਵਾਈਟ ਹਾਊਸ ਸੰਬੰਧੀ ਇੱਕ ਰਿਪੋਰਟ। ਵਾਈਟ ਹਾਊਸ ਨੂੰ ਦੇਖਣ ਦੇ ਲਈ ਹਰ ਸਾਲ ਲੱਖਾਂ ਲੋਕ ਆਉਂਦੇ ਹਨ ਅਤੇ ਇਸ ਇਮਾਰਤ ਦੇ ਇਤਿਹਾਸ ਦੇ ਨਾਲ ਜੁੜੇ ਦਿਲਚਸਪ ਪੱਖਾਂ ਬਾਰੇ ਜਾਣਕਾਰੀ ਲੈਂਦੇ ਹਨ। ਵਾਈਟ ਹਾਊਸ ਅਮਰੀਕਾ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਹੈ ਜੋ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਵਾਸ਼ਿੰਗਟਨ ਡੀਸੀ ਦੇ ਵਿੱਚ ਸਥਿਤ ਹੈ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਵਾਈਟ ਹਾਊਸ ਬਣਾਉਣ ਦੇ ਲਈ 1791 ਈਸਵੀ ਦੇ ਵਿੱਚ ਥਾਂ ਦੀ ਚੋਣ ਕੀਤੀ ਸੀ। ਇਸ ਤੋਂ ਬਾਅਦ 1792 ਵਿੱਚ ਹੀ ਆਇਰਿਸ਼ ਇੰਜੀਨੀਅਰ ਜੇਮਸ ਹੌਬਾਨ ਨੇ ਵਾਈਟ ਹਾਊਸ ਦਾ ਮਾਡਲ ਤਿਆਰ ਕੀਤਾ ਸੀ ਅਤੇ 1792 ਵਿੱਚ ਹੀ ਇਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ। ਜਾਰਜ ਵਾਸ਼ਿੰਗਟਨ ਨੇ ਵਾਈਟ ਹਾਊਸ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਪਰ ਉਹਨਾਂ ਨੂੰ ਖੁਦ ਹੀ ਇਸ ਦੇ ਵਿੱਚ ਰਹਿਣਾ ਨਸੀਬ ਨਹੀਂ ਹੋਇਆ। 1797 ਦੇ ਵਿੱਚ ਜਾਰਜ ਵਾਸ਼ਿੰਗਟਨ ਦਾ ਰਾਸ਼ਟਰਪਤੀ ਵਜੋਂ ਕਾਰਜਕਾਲ ਸਮਾਪਤ ਹੋ ਗਿਆ ਅਤੇ 1799 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਉਸ ਵਕਤ ਤੱਕ ਵੀ ਵਾਈਟ ਹਾਊਸ ਦੇ ਨਿਰਮਾਣ ਦਾ ਕੰਮ ਪੂਰਾ ਨਹੀਂ ਹੋਇਆ ਸੀ। 1800 ਈਸਵੀ ਦੇ ਵਿੱਚ ਜੌਨ ਐਡਮਸ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ ਜਿਨ੍ਹਾਂ ਨੇ ਆਪਣੀ ਪਤਨੀ ਸਮੇਤ ਵਾਈਟ ਹਾਊਸ ਵਿੱਚ ਰਹਿਣਾ ਸ਼ੁਰੂ ਕੀਤਾ ਸੀ ਪਰ ਇਸ ਵੇਲੇ ਤੱਕ ਵੀ ਵਾਈਟ ਹਾਊਸ ਦਾ ਕੰਮ ਚੱਲ ਰਿਹਾ ਸੀ। ਜੌਨ ਐਡਮਸ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਹੀ ਅਮਰੀਕਾ ਦੇ ਰਾਸ਼ਟਰਪਤੀਆਂ ਦਾ ਸਰਕਾਰੀ ਨਿਵਾਸ ਵਾਈਟ ਹਾਊਸ ਹੀ ਰਿਹਾ ਹੈ। ਇਸੇ ਹੀ ਇਮਾਰਤ ਤੋਂ ਅਮਰੀਕਾ ਨੂੰ ਚਲਾਇਆ ਜਾਂਦਾ ਹੈ। ਵਾਈਟ ਹਾਊਸ ਦਾ ਪਹਿਲਾ ਰੰਗ ਸਲੇਟੀ ਹੁੰਦਾ ਸੀ ਪਰ ਜਦੋਂ 24 ਅਗਸਤ 1814 ਨੂੰ ਬ੍ਰਿਟਿਸ਼ ਫੌਜਾਂ ਵੱਲੋਂ ਵਾਈਟ ਹਾਊਸ ਨੂੰ ਸਾੜ ਦਿੱਤਾ ਗਿਆ ਸੀ ਤਾਂ ਇਸ ਦੀ ਮੁਰੰਮਤ ਤੋਂ ਬਾਅਦ ਧੂਏ ਦੇ ਦਾਗ ਲੁਕਾਉਣ ਦੇ ਲਈ ਇਸ ਨੂੰ ਚਿੱਟੇ ਰੰਗ ਦਾ ਕਰ ਦਿੱਤਾ ਗਿਆ ਸੀ। 1901 ਦੇ ਵਿੱਚ ਪਹਿਲੀ ਵਾਰ ਇਸ ਨੂੰ ਅਧਿਕਾਰਤ ਤੌਰ ਤੇ ਵਾਈਟ ਹਾਊਸ ਕਿਹਾ ਗਿਆ ਸੀ। ਵਾਈਟ ਹਾਊਸ ਦੇ ਵਿੱਚ 132 ਕਮਰੇ ਅਤੇ 35 ਬਾਥਰੂਮ ਹਨ। ਇਸ 6 ਮੰਜ਼ਿਲਾ ਇਮਾਰਤ ਦੇ 412 ਦਰਵਾਜ਼ੇ ਅਤੇ 147 ਖਿੜਕੀਆਂ ਹਨ। ਅਮਰੀਕਾ ਦੇ ਵਿੱਚ ਜਿੰਨੇ ਵੀ ਹੋਰ ਮੁਲਕਾਂ ਦੇ ਲੀਡਰ ਅਤੇ ਉਹਨਾਂ ਦੇ ਨਾਲ ਆਏ ਡੈਲੀਗੇਟਸ ਨੂੰ ਵਾਈਟ ਹਾਊਸ ਦੇ ਵਿੱਚ ਰੱਖਿਆ ਜਾਂਦਾ ਹੈ। ਅਮਰੀਕਾ ਦਾ ਨਵਾਂ ਚੁਣਿਆ ਗਿਆ ਰਾਸ਼ਟਰਪਤੀ ਆਪਣੀ ਸਹੂਲਤ ਦੇ ਹਿਸਾਬ ਦੇ ਨਾਲ ਦਫ਼ਤਰ ਦੇ ਲਈ ਅਤੇ ਰਹਿਣ ਦੇ ਲਈ ਕਮਰਿਆਂ ਦੀ ਚੋਣ ਕਰ ਸਕਦਾ ਹੈ। ਉਸ ਨੂੰ ਆਪਣੀ ਪਸੰਦ ਦਾ ਫਰਨੀਚਰ ਬਦਲਣ ਲਈ ਵੀ ਫੰਡ ਮਨਜ਼ੂਰ ਕਰਕੇ ਦਿੱਤਾ ਜਾਂਦਾ ਹੈ। ਮੌਜੂਦਾ ਦੌਰ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤੇ ਮਿਸਾਲੀ ਤੌਰ ਤੇ ਦੇਖੇ ਜਾਂਦੇ ਨੇ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਇੱਕ ਵੱਡਾ ਵਪਾਰ ਚੱਲਦਾ, ਰਿਸ਼ਤੇ ਵੀ ਚੰਗੇ ਨੇ, ਰੱਖਿਆ ਦੇ ਮਾਮਲੇ ਵਿੱਚ ਵੀ ਬਹੁਤ ਸਾਰੀਆਂ ਸੰਧੀਆਂ ਇਹਨਾਂ ਦੋਵਾਂ ਮੁਲਕਾਂ ਨੇ ਕੀਤੀਆਂ ਹੋਈਆਂ ਨੇ ਪਰ ਇਸ ਹਾਲਾਤ ਹਮੇਸ਼ਾ ਇਸ ਤਰ੍ਹਾਂ ਨਹੀਂ ਸਨ। ਹਾਲਾਂਕਿ ਅੱਜ ਤਾਂ ਇਹ ਕਿਹਾ ਜਾਂਦਾ ਕਿ ਦੋਨਾਂ ਮੁਲਕਾਂ ਦੇ ਰਿਸ਼ਤੇ ਭਰਾਵਾਂ ਵਾਂਗ ਨੇ। ਹਾਲਾਂਕਿ ਪਿਛਲੇ ਕੁਝ ਸਮੇਂ 'ਚ ਕੁਝ ਕੁ ਮੁੱਦਿਆਂ ਉੱਤੇ ਟਰੰਪ ਸਾਹਿਬ ਦੇ ਕਾਰਜਕਾਲ ਦੌਰਾਨ ਕੁਝ ਘੜਤਨ ਜ਼ਰੂਰ ਮਹਿਸੂਸ ਹੋਈ ਸੀ ਕਿਉਂਕਿ ਕੁਝ ਵਪਾਰਕ ਸੰਧੀਆਂ ਨੂੰ ਲੈ ਕੇ ਥੋੜ੍ਹਾ ਜਿਹਾ ਚਰਚਾ ਚੱਲਦੀ ਰਹੀ ਸੀ ਕਿ ਕਿਸ ਤਰ੍ਹਾਂ ਟਰੰਪ ਸਾਹਿਬ ਡੋਮੀਨੇਟ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਸਨ। ਪਰ ਇਸ ਦੇ ਬਾਵਜੂਦ ਵੀ ਦੋਨਾਂ ਮੁਲਕਾਂ ਅਤੇ ਦੋਨਾਂ ਲੋਕਾਂ ਦੇ ਜਿਹੜੇ ਰਿਸ਼ਤੇ ਸੀ ਉਹ ਕਾਫੀ ਵਧੀਆ ਨੇ
ਪਰ ਇਤਿਹਾਸ ਦੇ ਵਿੱਚ ਜੇਕਰ ਨਜ਼ਰ ਮਾਰੀਏ ਤਾਂ ਇੱਕ ਵਾਰ ਦੋਨਾਂ ਮੁਲਕਾਂ ਵਿੱਚ ਜੰਗ ਵੀ ਹੋ ਚੁੱਕੀ ਹੈ। ਹਾਲਾਂਕਿ ਉਸ ਦੌਰਾਨ ਜਿਹੜਾ ਵਾ ਅਮਰੀਕਾ ਆਜ਼ਾਦ ਹੋ ਚੁੱਕਾ ਸੀ, ਪਰ ਕੈਨੇਡਾ ਉੱਤੇ ਉਸ ਵਕਤ ਵੀ ਬ੍ਰਿਟਿਸ਼ ਸਾਮਰਾਜ ਭਾਵ ਕਿ ਬ੍ਰਿਟਿਸ਼ ਫੌਜਾਂ ਦਾ ਹੀ ਰਾਜ ਸੀ। ਹੁਣ ਚਰਚਾ ਕਰਦੇ ਹਾਂ ਇਤਿਹਾਸ ਦੇ ਇਸ ਪੱਖ ਦੀ ਕਿ ਆਖਰਕਾਰ ਵਾਈਟ ਹਾਊਸ ਨੂੰ ਕਿਵੇਂ ਜਿਹੜਾ ਸੀ ਉਹ ਸਾੜਿਆ ਗਿਆ, ਕਿਵੇਂ ਬ੍ਰਿਟਿਸ਼ ਫੌਜਾਂ ਨੇ ਜਿਹੜਾ ਸੀ ਹਮਲਾ ਕੀਤਾ। ਸੋ ਇਸ ਸੰਬੰਧੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜ਼ਿਕਰ ਥੋੜਾ ਜਿਹਾ ਕਰਨਾ ਬਣਦਾ ਫ੍ਰੈਂਚ ਇੰਪਾਇਰ ਦਾ, ਕਿਉਂਕਿ 1812 ਦੇ ਵਿੱਚ ਜਿਹੜਾ ਸੀ ਅੰਗਰੇਜ਼ ਜਿਹੜੇ ਸੀ ਉਹਨਾਂ ਦਾ ਸਾਰਾ ਧਿਆਨ ਫ੍ਰੈਂਚ ਇੰਪਾਇਰ ਵੱਲ ਜਿਹੜਾ ਸੀ ਜੰਗ ਵੱਲ ਲੱਗਾ ਹੋਇਆ ਸੀ ਅਤੇ ਥੋੜੇ ਸਮੇਂ ਬਾਅਦ ਹੀ ਜਿਹੜੀ ਸੀ ਇਹ ਜੰਗ ਖਤਮ ਹੋ ਗਈ। ਪਰ ਜਦੋਂ ਇਹ ਜੰਗ ਚੱਲ ਰਹੀ ਸੀ 1812 ਵਿੱਚ ਤਾਂ ਉਸੇ ਦੌਰਾਨ ਹੀ 1812 ਦੇ ਵਿੱਚ ਅਮਰੀਕਾ ਨੇ ਵੀ ਜਿਹੜਾ ਸੀ ਕੈਨੇਡਾ ਨੂੰ ਵਾਪਸ ਲੈਣ ਲਈ ਅੰਗਰੇਜ਼ਾਂ ਖਿਲਾਫ ਜਿਹੜਾ ਸੀ ਜੰਗ ਦਾ ਐਲਾਨ ਕਰ ਦਿੱਤਾ ਸੀ, ਕਿਉਂਕਿ ਕੈਨੇਡਾ ਉੱਤੇ ਉਸ ਵਕਤ ਵੀ ਜਿਹੜਾ ਸੀਗਾ ਬ੍ਰਿਟਿਸ਼ ਆਰਮੀ ਜਿਹੜਾ ਸੀ ਉਹਦਾ ਕਬਜ਼ਾ ਸੀਗਾ, ਜਦਕਿ ਅਮਰੀਕਾ ਆਪਣੇ ਆਪ ਨੂੰ 1776 ਦੇ ਵਿੱਚ ਆਜ਼ਾਦ ਘੋਸ਼ਿਤ ਕਰ ਚੁੱਕਾ ਸੀਗਾ। ਤੇ ਉਸ ਤੋਂ ਬਾਅਦ ਕੈਨੇਡਾ ਉੱਤੋਂ ਵੀ ਜਿਹੜਾ ਇਹ ਰਾਜ ਖਤਮ ਕਰਨ ਲਈ ਜਿਹੜਾ ਸੀ ਅਮਰੀਕਾ ਨੇ ਇਹ ਫੈਸਲਾ ਕੀਤਾ ਕਿ ਉਹ ਇੱਕ ਲੜਾਈ ਲੜਨਗੇ ਅਤੇ ਉਹਨਾਂ ਨੇ ਜਿਹੜਾ ਸੀ 1813 ਵਿੱਚ ਜੂਨ ਮਹੀਨੇ ਵਿੱਚ ਹਮਲਾ ਕੀਤਾ ਕੈਨੇਡਾ ਦੇ ਇੱਕ ਸ਼ਹਿਰ ਤੇ, ਜਿਹਨੂੰ ਅੱਜ ਕੱਲ੍ਹ ਟੋਰਾਂਟੋ ਕਿਹਾ ਜਾਂਦਾ। ਉਸ ਵਕਤ ਇਸ ਸ਼ਹਿਰ ਦਾ ਨਾਂ ਜਿਹੜਾ ਯਾਰਕ ਸੀਗਾ ਤੇ 1834 ਵਿੱਚ ਦੁਬਾਰਾ ਨਾਮ ਇਹਦਾ ਟੋਰਾਂਟੋ ਕਰ ਦਿੱਤਾ ਗਿਆ ਸੀ। ਸੋ ਇਸੇ ਦੌਰਾਨ ਹੀ ਜਿਹੜੇ ਅੰਗਰੇਜ਼ ਸੀਗੇ ਉਹ ਫ੍ਰੈਂਚ ਇੰਪਾਇਰ ਨਾਲ ਜਿਹੜੀ ਉਹਨਾਂ ਦੀ ਜੰਗ ਲੱਗੀ ਹੋਈ ਸੀ ਉਧਰੋਂ ਵਿਹਲੇ ਹੋ ਚੁੱਕੇ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸਾਰਾ ਧਿਆਨ ਸੀ ਅਮਰੀਕਾ ਨਾਲ ਲੱਗੀ ਹੋਈ ਜੰਗ ਉੱਤੇ ਕੇਂਦਰਿਤ ਕਰ ਦਿੱਤਾ ਅਤੇ ਇਸ ਦੌਰਾਨ ਉਹਨਾਂ ਨੇ ਆਪਣੀ ਕਾਫੀ ਫੌਜ ਜਿਹੜੀ ਸੀ ਉਹ ਕੈਨੇਡਾ ਬੁਲਾ ਲਈ ਅਤੇ ਅਗਸਤ 1814 ਵਿੱਚ ਜਿਹੜਾ ਸੀ ਉਹਨਾਂ ਨੇ ਅਮਰੀਕਾ ਉੱਤੇ ਹਮਲਾ ਕਰ ਦਿੱਤਾ ਔਰ ਖਾਸ ਕਰਕੇ ਹਮਲਾ ਕੀਤਾ ਗਿਆ ਸੀ ਇਹ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਉੱਤੇ। ਵਾਸ਼ਿੰਗਟਨ DC ਦੇ ਵਿੱਚ ਜਿਹੜਾ ਸੀਗਾ ਇਹ ਹਮਲਾ ਕੀਤਾ ਗਿਆ। ਇਹ 22 ਅਗਸਤ ਨੂੰ ਜਿਹੜੇ ਸੀ ਉੱਥੇ ਦੇ ਰਾਸ਼ਟਰਪਤੀ ਅਮਰੀਕਾ ਦੇ ਉਹ, ਕਿਉਂਕਿ ਅੰਗਰੇਜ਼ ਫੌਜ ਜਿਹੜੀ ਸੀ ਉਹ ਉੱਥੇ ਪਹੁੰਚ ਚੁੱਕੀ ਸੀ ਤੇ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਉਹ ਕਿਸੇ ਵੀ ਵੇਲੇ ਸ਼ਹਿਰ ਉੱਤੇ ਹਮਲਾ ਕਰ ਦੇਣਗੇ ਅਤੇ ਆਪਣੇ ਜਰਨੈਲਾਂ ਨੂੰ ਜਿਹੜਾ ਸੀ ਮਿਲਣ ਲਈ ਇਸ ਸੰਬੰਧੀ ਨੀਤੀ ਤਿਆਰ ਕਰਨ ਲਈ ਜਿਹੜੇ ਉਸ ਵਕਤ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਜੇਮਸ ਮੈਡੀਸਨ, ਉਹ ਜਿਹੜੇ ਸੀ ਵਾਈਟ ਹਾਊਸ ਵਿੱਚੋਂ ਨਿਕਲ ਚੁੱਕੇ ਸਨ। 22 ਅਗਸਤ ਨੂੰ ਉਹ ਵਾਈਟ ਹਾਊਸ ਵਿੱਚੋਂ ਨਿਕਲੇ, ਪਰ ਉਹਨਾਂ ਦੀ ਪਤਨੀ ਅਤੇ ਕੁਝ ਜਿਹੜਾ ਸਟਾਫ ਸੀ ਵਾਈਟ ਹਾਊਸ ਦਾ ਉਹ ਉੱਥੇ ਹੀ ਮੌਜੂਦ ਸੀ। ਇਸੇ ਦੌਰਾਨ ਹੀ ਬ੍ਰਿਟਿਸ਼ ਆਰਮੀ ਨੇ ਵਾਸ਼ਿੰਗਟਨ DC ਉੱਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੇ ਸ਼ਹਿਰ ਦੀ ਭਾਰੀ ਤਬਾਹੀ ਕੀਤੀ ਅਤੇ ਇਸੇ ਦੌਰਾਨ ਹੀ ਉਹ ਬਿਲਕੁਲ ਵਾਈਟ ਹਾਊਸ ਦੇ ਕਰੀਬ ਪਹੁੰਚ ਕੇ ਅਤੇ ਉੱਥੇ ਜਾ ਕੇ ਥੋੜਾ ਸਮਾਂ ਉਹ ਰੁਕੇ। ਇਸ ਦੌਰਾਨ ਜਿਹੜੀ ਸੀ ਰਾਸ਼ਟਰਪਤੀ ਜੇਮਸ ਮੈਡੀਸਨ ਦੀ ਪਤਨੀ ਡੋਲੀ ਮੈਡੀਸਨ ਉਹ ਹੱਲੇ ਜਿਹੜੀ ਸੀ ਵਾਈਟ ਹਾਊਸ ਦੇ ਅੰਦਰ ਹੀ ਮੌਜੂਦ ਸੀ ਅਤੇ ਉਸ ਵੱਲੋਂ ਇਹ ਦੁਬਿਧਾ ਵਿੱਚ ਸੀ ਕਿ ਆਖਰਕਾਰ ਉਹ ਕੀ ਕਰੇ, ਕਿ ਉਹ ਰਾਸ਼ਟਰਪਤੀ ਭਵਨ ਵਿੱਚ ਰੁਕੇ ਜਾਂ ਫਿਰ ਇੱਥੋਂ ਨਿਕਲ ਜਾਵੇ। ਇਸੇ ਦੌਰਾਨ ਹੀ ਇੱਕ ਪੱਤਰ ਜਿਹੜਾ ਵਾ ਇਤਿਹਾਸਿਕ ਦਸਤਾਵੇਜ਼ ਮਿਲਦਾ ਕਿ ਜਿਹੜਾ ਉਹਨਾਂ ਨੇ ਆਪਣੀ ਭੈਣ ਨੂੰ ਲਿਖਿਆ ਸੀ ਅਤੇ ਇਸ ਵਿੱਚ ਉਹਨਾਂ ਨੇ ਇਹ ਸ਼ੰਕਾ ਜ਼ਾਹਰ ਕੀਤੀ ਸੀ ਕਿ ਜੇਕਰ ਉਹ ਵਾਈਟ ਹਾਊਸ ਵਿੱਚ ਰੁਕਦੇ ਨੇ ਤਾਂ ਜਿਹੜੀਆਂ ਬ੍ਰਿਟਿਸ਼ ਫੌਜਾਂ ਨੇ ਉਹਨਾਂ ਵੱਲੋਂ ਉਹਨਾਂ ਨੂੰ ਜਿਹੜਾ ਬੰਦੀ ਬਣਾ ਲਿਆ ਜਾਵੇਗਾ। ਇਸ ਤੋਂ ਬਿਹਤਰ ਉਹਨਾਂ ਨੇ ਇਹ ਸਮਝਿਆ ਕਿ ਉਹ ਵਾਈਟ ਹਾਊਸ ਨੂੰ ਛੱਡ ਕੇ ਉੱਥੋਂ ਨਿਕਲ ਜਾਣ ਤੇ ਉਹਨਾਂ ਨੇ ਕੁਝ ਆਪਣਾ ਜਿਹੜਾ ਨਿੱਜੀ ਸਮਾਨ ਸੀ ਉਹ ਉੱਥੋਂ ਲਿਆ ਅਤੇ ਇਸ ਦੇ ਨਾਲ ਹੀ ਜਿਹੜੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਸੀ ਜਾਰਜ ਵਾਸ਼ਿੰਗਟਨ, ਉਹਨਾਂ ਦੀ ਇੱਕ ਤਸਵੀਰ ਜਿਹੜੀ ਸੀ ਜੋ ਕਿ ਫਰੇਮ ਦੇ ਵਿੱਚ ਲੱਗੀ ਸੀ, ਉਹਨੂੰ ਉਹਨਾਂ ਨੇ ਫਰੇਮ ਉਹਦਾ ਉੱਥੇ ਛੱਡ ਦਿੱਤਾ। ਉਸ ਤੋਂ ਤਸਵੀਰ ਲਾ ਕੇ ਉਸ ਨੂੰ ਰੋਲ ਆਊਟ ਕਰਕੇ ਆਪਣੇ ਨਾਲ ਉਹ ਲੈ ਕੇ ਅਤੇ ਉਹ ਵਾਈਟ ਹਾਊਸ ਦੇ ਵਿੱਚੋਂ ਨਿਕਲ ਗਏ। ਇਸ ਤੋਂ ਬਾਅਦ ਜਿਹੜਾ ਸੀ ਬ੍ਰਿਟਿਸ਼ ਫੌਜਾਂ ਨੇ ਵਾਈਟ ਹਾਊਸ ਉੱਤੇ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਇਸ ਨੂੰ ਸਾੜ ਦਿੱਤਾ ਅਤੇ ਅਸੀਂ ਦੇਖਦੇ ਵੀ ਆ ਕਿ ਇੱਕ ਤਸਵੀਰ ਵੀ ਇਸ ਸੰਬੰਧੀ ਮਿਲਦੀ ਆ ਜਿਸ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਵਾਈਟ ਹਾਊਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ, ਕਿਸ ਤਰ੍ਹਾਂ ਵਾਈਟ ਹਾਊਸ ਨੂੰ ਸਾੜਿਆ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਸੀ ਹਾਲਾਂਕਿ 2 ਦਿਨ ਬਾਅਦ ਹੀ ਉੱਥੋਂ ਜਿਹੜੀ ਸੀ ਇਹ ਬ੍ਰਿਟਿਸ਼ ਫੌਜ ਸੀ ਉਹ ਪਿੱਛੇ ਹਟ ਗਈ ਅਤੇ ਉਹਨਾਂ ਨੇ ਜਿਹੜਾ ਵਾਸ਼ਿੰਗਟਨ DC ਸ਼ਹਿਰ ਸੀ ਉਹ ਛੱਡ ਦਿੱਤਾ। ਹਾਲਾਂਕਿ ਹਮਲੇ ਤੋਂ 2 ਦਿਨ ਬਾਅਦ ਹੀ ਜੇਮਸ ਮੈਡੀਸਨ ਜਿਹੜੇ ਸੀ ਉਹ ਵਾਸ਼ਿੰਗਟਨ ਵਾਪਸ ਆ ਗਏ ਕਿਉਂਕਿ ਬ੍ਰਿਟਿਸ਼ ਫੌਜਾਂ 2 ਦਿਨ ਵਿੱਚ ਹੀ ਇਹ ਸ਼ਹਿਰ ਛੱਡ ਕੇ ਜਾ ਚੁੱਕੀਆਂ ਸਨ। ਪਰ ਸ਼ਹਿਰ ਛੱਡ ਕੇ ਜਾਣ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਤਬਾਹੀ ਸੀ ਉਹ ਮਚਾ ਦਿੱਤੀ ਸੀ। ਵਾਈਟ ਹਾਊਸ ਨੂੰ ਪੂਰੀ ਤਰ੍ਹਾਂ ਉਹਨਾਂ ਨੇ ਸਾੜ ਦਿੱਤਾ ਸੀਗਾ ਅਤੇ ਇਸ ਸੰਬੰਧੀ ਅਸੀਂ ਕੁਝ ਤਸਵੀਰਾਂ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਸ ਦੇ ਵਿੱਚ ਜਿਹੜਾ ਵਾ ਵਾਈਟ ਹਾਊਸ ਸੜ ਰਿਹਾ ਵਾ, ਉਹਦੇ ਅੰਦਰੋਂ ਅੱਗ ਦੀਆਂ ਲਪਟਾਂ ਜਿਹੜੀਆਂ ਉਹ ਨਿਕਲ ਰਹੀਆਂ ਨੇ। ਸੋ 24 ਅਗਸਤ 1814 ਨੂੰ ਇਹ ਜਿਹੜੀ ਘਟਨਾ ਵਾਪਰੀ ਸੀ ਅਤੇ ਇਸ ਘਟਨਾ ਤੋਂ 2 ਦਿਨ ਬਾਅਦ ਹੀ ਜਿਹੜੇ ਉੱਥੇ ਦੇ ਰਾਸ਼ਟਰਪਤੀ ਜੇਮਸ ਮੈਡੀਸਨ ਆਪਣੀ ਪਤਨੀ ਨਾਲ ਵਾਪਸ ਵਾਸ਼ਿੰਗਟਨ ਆ ਗਏ ਸਨ। ਪਰ ਇਸ ਤੋਂ ਬਾਅਦ ਉਹਨਾਂ ਦਾ ਜਿੰਨਾ ਵੀ ਕਾਰਜਕਾਲ ਰਿਹਾ ਉਹ ਵਾਈਟ ਹਾਊਸ ਵਿੱਚ ਨਹੀਂ ਰਹਿ ਸਕੇ ਕਿਉਂਕਿ ਇੱਕ ਤਾਂ ਮੁਰੰਮਤ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਕਿਉਂਕਿ ਬਹੁਤ ਬੁਰੀ ਤਰ੍ਹਾਂ ਵਾਈਟ ਹਾਊਸ ਜਿਹੜਾ ਸੀ ਉਹ ਨੁਕਸਾਨਿਆ ਗਿਆ ਸੀ
ਅਤੇ ਇਹ ਵੀ ਕਿਹਾ ਜਾਂਦਾ ਕਿ ਵਾਈਟ ਹਾਊਸ ਦਾ ਪਹਿਲਾਂ ਜਿਹੜਾ ਰੰਗ ਸੀ ਉਹ ਸਲੇਟੀ ਰੰਗ ਦਾ ਸੀ ਅਤੇ ਜਦੋਂ ਇਹ ਘਟਨਾ ਵਾਪਰੀ ਵਾਈਟ ਹਾਊਸ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਉਸ ਤੋਂ ਬਾਅਦ ਇੰਨੀ ਬੁਰੀ ਤਰ੍ਹਾਂ ਉਸ ਉੱਤੇ ਧੂਏ ਅਤੇ ਅੱਗ ਦੇ ਦਾਗ ਜਿਹੜੇ ਉਹ ਪੈ ਗਏ ਸੀ, ਜਿਸ ਨੂੰ ਲੁਕਾਉਣ ਲਈ ਇਸ ਦਾ ਰੰਗ ਜਿਹੜਾ ਸੀ ਫੇਰ ਚਿੱਟਾ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਇਸ ਨੂੰ ਵਾਈਟ ਹਾਊਸ ਦਾ ਨਾਮ ਦਿੱਤਾ ਗਿਆ ਤੇ 1901 ਵਿੱਚ ਪਹਿਲੀ ਵਾਰ ਅਧਿਕਾਰਕ ਤੌਰ ਤੇ ਇਸ ਨੂੰ ਜਿਹੜਾ ਸੀ ਉਹ ਵਾਈਟ ਹਾਊਸ ਜਿਹੜਾ ਉਹ ਕਿਹਾ ਗਿਆ, ਕਿਤੇ ਸ਼ਬਦ ਵਰਤਿਆ ਗਿਆ ਇਸ ਸੰਬੰਧੀ ਵਾਈਟ ਹਾਊਸ। ਸੋ 1817 ਵਿੱਚ ਜਿਹੜਾ ਸੀ ਜੇਮਸ ਮੈਡੀਸਨ ਦਾ ਕਾਰਜਕਾਲ ਖਤਮ ਹੋ ਗਿਆ ਅਤੇ ਇਸ ਦੌਰਾਨ ਉਹ ਵਾਈਟ ਹਾਊਸ ਵਿੱਚ ਵਾਪਸ ਨਹੀਂ ਪਰ ਸਕੇ, ਪਰ 1817 ਵਿੱਚ ਜਿਹੜੇ ਨਵੇਂ ਰਾਸ਼ਟਰਪਤੀ ਅਮਰੀਕਾ ਦੇ ਬਣੇ ਉਹ ਵਾਪਸ ਵਾਈਟ ਹਾਊਸ ਆ ਗਏ ਅਤੇ ਵਾਪਸ ਜਿਹੜਾ ਸੀ ਅਮਰੀਕਾ ਦਾ ਸਾਰਾ ਕੰਮਕਾਜ ਸੀ ਉਹ ਵਾਈਟ ਹਾਊਸ ਤੋਂ ਹੋਣਾ ਸ਼ੁਰੂ ਹੋ ਗਿਆ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਮਰੀਕਾ ਦੇ ਸਾਰੇ ਰਾਸ਼ਟਰਪਤੀ ਵਾਈਟ ਹਾਊਸ ਵਿੱਚ ਹੀ ਰਹਿੰਦੇ ਆ ਰਹੇ ਨੇ ਅਤੇ ਇੱਥੋਂ ਹੀ ਅਮਰੀਕਾ ਨੂੰ ਚਲਾ ਰਹੇ ਨੇ। ਇਹ ਸੀ ਥੋੜਾ ਜਿਹਾ ਵਾਈਟ ਹਾਊਸ ਦਾ ਇਤਿਹਾਸ, ਜਿਸ ਸੰਬੰਧੀ ਅਸੀਂ ਸੋਚਿਆ ਕਿ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾ ਦਈਏ। ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਇਸ ਵਕਤ ਮੌਜੂਦਾ ਖਿੱਚੋਤਾਣ ਦੀ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਅਮਰੀਕਾ ਵਿੱਚ ਜਿਹੜੇ ਚੋਣ ਨਤੀਜੇ ਸਾਹਮਣੇ ਆ ਚੁੱਕੇ ਨੇ। ਰਾਸ਼ਟਰਪਤੀ ਟਰੰਪ ਚੋਣਾਂ ਹਾਰ ਚੁੱਕੇ ਨੇ, ਜੋ ਬਾਈਡਨ ਨੂੰ ਵੱਡੀ ਜਿੱਤ ਜਿਹੜੀ ਆ ਉਹ ਪ੍ਰਾਪਤ ਹੋਈ ਆ। 20 ਜਨਵਰੀ 2021 ਨੂੰ ਜੋ ਬਾਈਡਨ ਨੇ ਆਪਣਾ ਅਹੁਦਾ ਸੰਭਾਲਣਾ, ਪਰ ਇਸ ਤੇ ਪਹਿਲਾਂ ਬਹੁਤ ਸਾਰੀ ਖਿੱਚੋਤਾਣ ਜਿਹੜੀ ਉੱਥੇ ਚੱਲ ਰਹੀ ਹੈ, ਕਿਉਂਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਰ ਕਬੂਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਵਾਈਟ ਹਾਊਸ ਛੱਡਣ ਤੋਂ ਵੀ ਜਿਹੜਾ ਵਾ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਆ ਉਹ ਭਰਮ ਭੁਲੇਖੇ ਪੈਦਾ ਹੋ ਗਏ ਕਿ ਆਖਰਕਾਰ ਅਮਰੀਕਾ ਦਾ ਬਣੇਗੀ ਕਿ ਇਸ ਸਥਿਤੀ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਵੇਗਾ। ਇਸ ਸੰਬੰਧੀ ਬਹੁਤ ਸਾਰੀ ਚਰਚਾ ਚੱਲ ਰਹੀ ਹੈ। ਇਸੇ ਦੌਰਾਨ ਹੀ ਵੱਖ-ਵੱਖ ਸੂਬਿਆਂ ਦੇ ਵਿੱਚ ਡੋਨਲਡ ਟਰੰਪ ਵੱਲੋਂ ਆਪਣੇ ਅਤੇ ਉਹਨਾਂ ਦੇ ਸਹਿਯੋਗੀਆਂ ਨਾਲ ਰਲ ਕੇ ਕਈ ਤਰ੍ਹਾਂ ਦੇ ਮੋਰਚੇ ਖੋਲ੍ਹੇ ਗਏ ਆ, ਜਿਸ ਸੰਬੰਧੀ ਮਿਸ਼ੀਗਨ ਤੋਂ ਜਿਹੜੇ ਕੁਝ ਕਾਂਗਰਸਮੈਨ ਆ ਉਹਨਾਂ ਨੇ ਖੁਲਾਸਾ ਕੀਤਾ ਕਿ ਡੋਨਲਡ ਟਰੰਪ ਵੱਲੋਂ ਕੁਝ ਜੱਜਾਂ ਅਤੇ ਲਾਅ ਮੇਕਰਸ ਨੂੰ ਜਿਹੜਾ ਵਾ ਉਹ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਸੇ ਤਰ੍ਹਾਂ ਜਿਹੜਾ ਇਹ ਫੈਸਲੇ ਆ ਜਿਹੜੇ ਚੋਣਾਂ ਵਿੱਚ ਆਏ ਆ ਇਹਨਾਂ ਨੂੰ ਪਲਟ ਦਿੱਤਾ ਜਾਵੇ। ਹਾਲਾਂਕਿ ਇਹ ਜਿਹੜਾ ਹੋਣਾ ਬਿਲਕੁਲ ਸੰਭਵ ਨਹੀਂ ਹੈ। ਜਿੰਨੇ ਵੀ ਕਾਨੂੰਨੀ ਮਾਹਰ ਨੇ, ਜੋ ਵੀ ਅਮਰੀਕਾ ਦੀ ਰਾਜਨੀਤੀ ਨੂੰ ਨੇੜਿਓਂ ਦੇਖਦੇ ਨੇ, ਸਾਰੇ ਕਹਿ ਰਹੇ ਨੇ ਕਿ ਟਰੰਪ ਇਸ ਵਕਤ ਜੋ ਕਰ ਰਹੇ ਨੇ ਉਹ ਸੰਭਵ ਨਹੀਂ ਆ ਅਤੇ ਉਹਨਾਂ ਨੂੰ ਵਾਈਟ ਹਾਊਸ ਛੱਡਣਾ ਪਵੇਗਾ ਅਤੇ ਜੋ ਚੋਣਾਂ ਵਿੱਚ ਫਤਵਾ ਮਿਲਿਆ ਉਸ ਨੂੰ ਕਿਸੇ ਵੀ ਤਰ੍ਹਾਂ ਬਦਲਿਆ ਨਹੀਂ ਜਾ ਸਕਦਾ, ਜਿਸ ਦੀ ਕੋਸ਼ਿਸ਼ ਜਿਹੜੀ ਆ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਜਾ ਰਹੀ ਆ। ਹਾਲਾਂਕਿ ਜੇਕਰ ਅਸੀਂ ਪਰੰਪਰਾ ਦੀ ਗੱਲ ਕਰੀਏ ਤਾਂ ਇਹ ਹੋਣੀ ਚਾਹੀਦੀ ਸੀ ਕਿ ਜਿਹੜਾ ਵੀ ਨਵਾਂ ਰਾਸ਼ਟਰਪਤੀ ਚੁਣਿਆ ਜਾਂਦਾ ਉਹਨੂੰ ਜਿਹੜਾ ਮੌਜੂਦਾ ਰਾਸ਼ਟਰਪਤੀ ਆ ਉਹ ਵਧਾਈ ਦਿੰਦਾ, ਉਹਨੂੰ ਆਪਣੇ ਦਫ਼ਤਰ ਸੱਦਾ ਦਿੰਦਾ, ਉਹਨੂੰ ਉੱਥੇ ਜਿਹੜਾ ਖਾਣਾ ਖਵਾਉਂਦਾ ਅਤੇ ਆਪਣੇ ਜਿਹੜੇ ਤਜਰਬੇ ਆ ਉਹ ਸਾਂਝੇ ਕਰਦਾ, ਨਾਲ ਕੁਝ ਜਾਣਕਾਰੀ ਵੀ ਦਿੰਦਾ ਕਿ ਉੱਥੇ ਵਾਈਟ ਹਾਊਸ ਵਿੱਚ ਕੀ ਚੱਲ ਰਿਹਾ। ਇਸ ਦੇ ਨਾਲ ਸੱਤਾ ਦਾ ਤਬਦੀਲੀ ਦਾ ਦੌਰ ਸ਼ੁਰੂ ਹੋ ਜਾਂਦਾ। ਜਿਹੜਾ ਟਰੰਪ ਸਾਹਿਬ ਦਾ ਪੂਰਾ ਸਟਾਫ ਆ ਉਹ ਜਿਹੜਾ ਨਵਾਂ ਜੋ ਬਾਈਡਨ ਸਾਹਿਬ ਦਾ ਸਟਾਫ ਆ ਰਿਹਾ ਉਹਨੂੰ ਆਪਣੀ ਜਾਣਕਾਰੀ ਜਿਹੜੀ ਆ ਉਹ ਪਾਸ ਔਨ ਕਰਦਾ, ਸਾਰੀ ਮੁਹੱਈਆ ਕਰਾਉਂਦਾ ਕਿ ਕੀ ਚੱਲ ਰਿਹਾ, ਕਿ ਇਸ ਮੁਲਕ ਨਾਲ ਇਸ ਵਕਤ ਕਿਹੋ ਜਿਹੀ ਨੀਤੀ ਚੱਲ ਰਹੀ ਹੈ, ਕਿਹੜੀ ਪਾਲਿਸੀ ਉੱਤੇ ਕੀ ਚੱਲ ਰਿਹਾ, ਜੋ ਇਸ ਵਕਤ ਕਰੋਨਾ ਦਾ ਦੌਰ ਚੱਲ ਰਿਹਾ ਉਸ ਸੰਬੰਧੀ ਸਰਕਾਰ ਵੱਲੋਂ ਕੀ ਕੀਤਾ ਗਿਆ, ਕਿਹੜੇ ਇਹੋ ਜਿਹੇ ਦਸਤਾਵੇਜ਼ ਆ ਜਿਹੜੇ ਜਨਤਕ ਨਹੀਂ ਕੀਤੇ ਜਾ ਸਕਦੇ ਪਰ ਉਹਦੀ ਜਾਣਕਾਰੀ ਅਗਲੇ ਜਿਹੜੇ ਕਾਰਜਕਾਲ 'ਚ ਰਾਸ਼ਟਰਪਤੀ ਆ ਰਹੇ ਨੇ ਉਹਨਾਂ ਨੂੰ ਹੋਣੀ ਜ਼ਰੂਰੀ ਆ। ਇਹ ਸਾਰੀ ਜਿਹੜੀ ਪ੍ਰਕਿਰਿਆ ਵਾ ਇਸ ਵਕਤ ਸ਼ੁਰੂ ਹੋ ਜਾਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਦਾ ਕੁਝ ਵੀ ਇਸ ਵਕਤ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਗਿਆ। ਸੋ ਜੋ ਬਾਈਡਨ ਨੇ ਇਸ ਉੱਤੇ ਇਹ ਚਿੰਤਾ ਪ੍ਰਗਟ ਕੀਤੀ ਹੈ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਜੋ ਵੈਕਸੀਨ ਦਾ ਕੰਮ ਇਸ ਵਕਤ ਚੱਲ ਰਿਹਾ ਕਰੋਨਾ ਦਾ, ਉਹਦੇ ਉੱਤੇ ਇਹਦਾ ਪ੍ਰਭਾਵ ਪਵੇਗਾ, ਉਹਨਾਂ ਕੰਮ ਹੋਰ ਲਟਕੇਗਾ ਜੇਕਰ ਡੋਨਲਡ ਟਰੰਪ ਉਹਨਾਂ ਨਾਲ ਸਹਿਯੋਗ ਨਹੀਂ ਕਰਨਗੇ। ਪਰ ਟਰੰਪ ਸਾਹਿਬ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਉਹ ਚੋਣਾਂ ਜਿੱਤੇ ਨੇ, ਉਹਨਾਂ ਨਾਲ ਧੋਖਾਧੜੀ ਹੋਈ ਆ ਅਤੇ ਉਹੀ ਅਗਲੇ ਰਾਸ਼ਟਰਪਤੀ ਹੋਣਗੇ। ਸੋ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੱਤਾ ਛੱਡਣ ਨੂੰ ਜਿਹੜਾ ਵਾ ਡੋਨਲਡ ਟਰੰਪ ਹੋਣਾ ਦਾ ਮਨ ਇਸ ਵਕਤ ਨਹੀਂ ਕਰ ਰਿਹਾ, ਜਿਸ ਕਾਰਨ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ। ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਜਿਹੜਾ ਦੌਰ ਆ ਉਹ ਅਮਰੀਕਾ ਨੂੰ ਦੇਖਣਾ ਪੈ ਰਿਹਾ ਕਿ ਕਿਸੇ ਰਾਸ਼ਟਰਪਤੀ ਨੇ ਲੋਕਤੰਤਰਿਕ ਫੈਸਲਾ ਮੰਨਣ ਤੋਂ ਜਮਾਂ ਹੀ ਇਨਕਾਰ ਕਰ ਦਿੱਤਾ, ਜਦਕਿ ਸਪਸ਼ਟ ਜਿਹੜਾ ਬਹੁਮਤ ਆ ਉਹ ਜੋ ਬਾਈਡਨ ਨੂੰ ਮਿਲਿਆ ਤੇ ਉਹਨਾਂ ਨੂੰ ਸਪਸ਼ਟ ਹਾਰ ਜਿਹੜੀ ਮਿਲੀ ਆ। ਸੋ ਇਸ ਸੰਬੰਧੀ ਹੁਣ ਜਿਹੜੇ ਆ ਅਗਲੇ ਦੌਰ ਵਿੱਚ ਦੇਖਿਆ ਜਾ ਰਿਹਾ ਕਿ ਇਸ ਸਥਿਤੀ ਲਈ ਕਦੇ ਵੀ ਅਮਰੀਕਾ ਤਿਆਰ ਨਹੀਂ ਸੀ ਅਤੇ ਨਾ ਹੀ ਕਦੇ ਸੋਚਿਆ ਸੀ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਊਗੀ। ਸੋ ਇਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜੂਗੀ। ਹੋ ਸਕਦਾ ਕਿ ਕੋਈ ਨਵੇਂ ਪ੍ਰਕਾਰ ਦੀ ਸੋਧ ਕਿਸੇ ਤਰ੍ਹਾਂ ਦੀ ਕੀਤੀ ਜਾ ਸਕੇ, ਸੰਵਿਧਾਨ ਦੇ ਵਿੱਚ ਵੀ ਕੁਝ ਤਰ੍ਹਾਂ ਦਾ ਇਸ ਤਰ੍ਹਾਂ ਦਾ ਪੰਨਾ ਵੀ ਐਡ ਕੀਤਾ ਜਾ ਸਕੇ ਕਿ ਵੀ ਇਤਿਹਾਸ ਵਿੱਚ ਅੱਗੇ ਤੋਂ ਇਸ ਤਰ੍ਹਾਂ ਦਾ ਜਿਹੜਾ ਦੌਰ ਆ ਉਹ ਵੀ ਆ ਸਕਦਾ ਵਾ। ਸੋ ਇਸ ਵਕਤ ਅਮਰੀਕਾ ਵੱਲ ਪੂਰੀ ਦੁਨੀਆ ਦੇਖ ਰਹੀ ਹੈ। ਹਾਲਾਂਕਿ ਜਿਹੜੇ ਦੁਨੀਆ ਭਰ ਦੇ ਲੀਡਰ ਨੇ ਉਹਨਾਂ ਨੇ ਜੋ ਬਾਈਡਨ ਨੂੰ ਅਗਲਾ ਰਾਸ਼ਟਰਪਤੀ ਮੰਨ ਲਿਆ ਵਾ। ਇੱਥੋਂ ਤੱਕ ਕਿ ਸਭ ਤੋਂ ਦੇਰ ਦੇਖਿਆ ਜਾ ਰਿਹਾ ਸੀ ਚੀਨ ਨੇ ਵੀ ਹੁਣ ਤਾਂ ਵਧਾਈ ਦੇ ਦਿੱਤੀ ਆ,
ਭਾਰਤ ਵੱਲੋਂ ਵੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜੋ ਬਾਈਡਨ ਸਾਹਿਬ ਦੇ ਜਿਹੜੇ ਸਟਾਫ ਆ ਉਹਨਾਂ ਨੇ ਵੀ ਆਪਣੀ ਪੂਰੀ ਟੀਮ ਤਿਆਰ ਕਰ ਲਈ ਆ, ਪਰ ਚਰਚਾ ਇਹੀ ਚੱਲ ਰਹੀ ਹੈ ਕਿ ਆਖਿਰਕਾਰ ਟਰੰਪ ਕਿਸ ਦਿਨ ਜਿਹੜਾ ਵਾ ਹਾਰ ਕਬੂਲਣਗੇ। ਉਹਨਾਂ ਵੱਲੋਂ ਤਾਂ ਜੋ ਕਿ ਇਸ ਵਕਤ ਦੋਸ਼ ਲੱਗ ਰਹੇ ਨੇ ਕਿ ਜਿਹੜੇ ਇਲੈਕਟੋਰਲ ਵੋਟ ਜਿਹੜੇ ਆ ਚੁਣੇ ਜਾਂਦੇ ਆ ਉਹਨਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਇਲੈਕਟੋਰਲ ਸਿਸਟਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਜਿਹੜੀ ਇਹ ਚੋਣ ਆ ਉਹ ਰੁਕ ਸਕੇ, ਕਿਉਂਕਿ ਹੱਲੇ ਇਲੈਕਟੋਰਲ ਜਿਹੜੇ ਚੁਣੇ ਗਏ ਆ ਉਹਨਾਂ ਨੇ ਆਪਣੀ ਵੋਟ ਕਰਕੇ ਰਸਮੀ ਤੌਰ ਤੇ ਰਾਸ਼ਟਰਪਤੀ ਚੁਣਨਾ ਜੋ ਬਾਈਡਨ ਨੂੰ। ਸੋ ਇਸ ਸੰਬੰਧੀ ਵੀ ਜਿਹੜਾ ਇਹਦੇ ਵਿੱਚ ਅੜਿੱਕਾ ਡਾਉਣ ਦੀ ਕੋਸ਼ਿਸ਼ ਟਰੰਪ ਸਾਹਿਬ ਵੱਲੋਂ ਕੀਤੀ ਜਾ ਰਹੀ ਆ। ਸੋ ਇਸ ਸੰਬੰਧੀ ਲੱਗਦਾ ਕਿ ਹਾਲੇ ਹੋਰ ਬਹੁਤ ਸਾਰੀਆਂ ਦਿਲਚਸਪ ਖਬਰਾਂ ਸਾਹਮਣੇ ਆਉਣਗੀਆਂ ਅਮਰੀਕਾ ਦੀ ਸਿਆਸਤ ਤੋਂ, ਜੋ ਅਸੀਂ ਕਦੇ ਵੀ ਦੇਖਿਆ ਨਹੀਂ ਸੁਣੀਆਂ ਅਤੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਣਗੀਆਂ। ਸੋ ਉਹ ਜਿਹੜੀਆਂ ਵੀ ਖਬਰਾਂ ਹੋਣਗੀਆਂ, ਜਿੰਨੀਆਂ ਵੀ ਹੋਣਗੀਆਂ, ਅਸੀਂ ਤੱਥਾਂ ਭਰਪੂਰ ਤੇ ਪੂਰੀ ਜਾਣਕਾਰੀ ਨਾਲ ਤੁਹਾਡੇ ਅੱਗੇ ਪੇਸ਼ ਕਰਾਂਗੇ। ਸੋ ਹੋਰ ਖਬਰਾਂ ਤੇ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।